टाइम्स ऑफ एशिया देख रहे तमाम दर्शकों ਨੂੰ ਮੇਰੇ ਵੱਲੋਂ ਜਾਣੀ ਕਿ ਦੀਪਕ ਸੋਂਦੀ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਅਤੇ ਆਦਾਬ। ਜਿਵੇਂ ਕਿ ਅਸੀਂ ਸਮੇਂ-ਸਮੇਂ ਤੇ टाइम्स ऑफ एशिया का चैनल है ਤੁਹਾਡੇ ਲਈ बहुत ही महत्वपूर्ण जानकारी है, चाहे वो कोविड के रिलेटेड होवे ਜਾਂ ਉਹ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਰਿਲੇਟਡ ਹੋਵੇ, ਉਹ ਸਮੇਂ-ਸਮੇਂ ਤੇ ਤੁਹਾਨੂੰ ਅਸੀਂ ਮੁਹੱਈਆ ਕਰਵਾਉਂਦੇ ਹਾਂ। ਸੋ ਅੱਜ ਦੀ ਇਸ ਕੜੀ ਦੇ ਵਿੱਚ ਅਸੀਂ ਇੱਕ ਮਹੱਤਵਪੂਰਨ ਜਾਣਕਾਰੀ ਹੈ ਤੁਹਾਨੂੰ ਜੋ ਕੈਨੇਡਾ ਦੀ ਇਮੀਗ੍ਰੇਸ਼ਨ ਵੱਲੋਂ ਆਈ ਹੈ, ਇਸ ਜਾਣਕਾਰੀ ਨੂੰ ਪ੍ਰੋਵਾਈਡ ਕਰਵਾਉਣ ਲਈ ਸਾਡੇ ਨਾਲ ਅੱਜ ਮੌਜੂਦ ਹਨ ICCRC ਦੇ ਜੋ ਸੀਨੀਅਰ ਕੰਸਲਟੈਂਟ ਨੇ ਸੁਖਮਨ ਹੀਅਰ ਜੀ, ਜੋ ਕਿ ਗੱਲਬਾਤ ਕਰਾਂਗੇ ਆਪਾਂ ਰੀਸੈਂਟਲੀ ਜੋ ਕੈਨੇਡਾ ਦੇ ਮਿਨਿਸਟਰ ਆਫ ਇਮੀਗ੍ਰੇਸ਼ਨ ਮਾਰਕੋ ਮੈਂਡੀਸਿਨਾ ਹੋਨੋ ਵੱਲੋਂ ਅਕਤੂਬਰ 5 ਨੂੰ ਪੇਰੈਂਟ ਅਤੇ ਗ੍ਰੈਂਡ ਪੇਰੈਂਟਸ ਦੀ ਐਪਲੀਕੇਸ਼ਨ ਬਾਰੇ ਕੁਝ ਜਾਣਕਾਰੀ ਦਿੱਤੀ ਗਈ ਸੀਗੀ। ਜੋ ਪੇਰੈਂਟ ਅਤੇ ਗ੍ਰੈਂਡ ਪੇਰੈਂਟਸ ਦੀ ਜੋ ਐਪਲੀਕੇਸ਼ਨ ਜਿਹੜੇ ਲੋਕ ਪਿਛਲੇ ਸਾਲ ਨਹੀਂ ਕਰ ਪਾਏ, ਉਹ 13 ਅਕਤੂਬਰ ਤੋਂ ਜੋ ਐਪਲੀਕੇਸ਼ਨ ਹੈ ਉਹ ਖੁੱਲੇਗੀ। ਆਓ ਗੱਲਬਾਤ ਕਰਦੇ ਹਾਂ ਸੁਖਮਨ ਹੀਅਰ ਹੋਣਾ ਦੇ ਨਾਲ, ਜੋ ਕਿ ICCRC ਦੇ ਸੀਨੀਅਰ ਕੰਸਲਟੈਂਟ ਨੇ, ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਆਪਣੀਆਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਉਹ ਕਮਿਊਨਿਟੀ ਨੂੰ ਪ੍ਰਦਾਨ ਕਰ ਰਹੇ ਨੇ। ਸੁਖਮਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਦੀਪਕ ਜੀ, ਮੈਨੂੰ ਟਾਈਮ ਦੇਣ ਲਈ ਤੇ ਟਾਈਮਸ ਆਫ ਏਸ਼ੀਆ ਦੇ ਸਰੋਤਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਜੁੜੇ ਹਾਂ ਜੀ ਅਪਡੇਟ ਕਰਨ ਲਈ ਆਪਣੇ ਸਰੋਤਿਆਂ ਨੂੰ ਕਿ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਨਿਊ ਅਪਡੇਟ ਆਈ ਹੈ, ਅਕਤੂਬਰ 5 ਨੂੰ ਰਿਲੀਜ਼ ਕੀਤੀ ਹੈ ਮਿਨਿਸਟਰ ਆਫ ਇਮੀਗ੍ਰੇਸ਼ਨ ਦੇ ਵੱਲੋਂ। ਤੇ ਉਹਨਾਂ ਨੇ ਦੱਸਿਆ ਹੈ ਕਿ ਆਪਾਂ ਅਕਤੂਬਰ 13 ਤੋਂ ਇੰਟਰਸਟ ਟੂ ਸਪਾਂਸਰ ਫਾਰਮ ਫਿਲ ਕਰਕੇ ਆਪਣਾ ਇੰਟਰਸਟ ਸ਼ੋਅ ਕਰ ਸਕਦੇ ਹਾਂ ਗਵਰਨਮੈਂਟ ਨੂੰ ਕਿ ਅਸੀਂ ਆਪਣੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਸਪਾਂਸਰ ਕਰਨਾ ਚਾਹੁੰਦੇ ਹਾਂ। ਇਹ ਫਾਰਮ ਅਰਾਊਂਡ 3 ਵੀਕ ਲਈ ਖੁੱਲ੍ਹਾ ਰਹੇਗਾ, 13 ਅਕਤੂਬਰ ਤੋਂ ਲੈ ਕੇ ਤੇ ਨਵੰਬਰ 3 ਤੱਕ ਖੁੱਲ੍ਹਾ ਰਹੇਗਾ। ਤੇ ਬਾਅਦ ਵਿੱਚ ਆਪਣੇ ਪ੍ਰੀਵੀਅਸ ਸਿਸਟਮ ਦੇ ਵਿੱਚ ਵਾਪਸ ਜਾਂਦੇ ਹੋਏ ਗਵਰਨਮੈਂਟ ਨੇ ਸਿਲੈਕਟ ਕੀਤਾ ਕਿ ਉਹ ਲੋਟਰੀ ਸਿਸਟਮ ਨੂੰ ਹੀ ਬੈਟਰ ਗਿਣਦੇ ਆ। ਉਹਦੇ ਵਿੱਚ ਜਾ ਕੇ ਉਹ ਰੈਂਡਮਲੀ ਤੁਹਾਨੂੰ ਇਨਵੀਟੇਸ਼ਨਸ ਭੇਜਣਗੇ ਤੇ ਉਸ ਤੋਂ ਅੱਗੇ ਤੁਹਾਨੂੰ ਚਾਂਸ ਦਿੱਤਾ ਜਾਏਗਾ ਕਿ ਤੁਸੀਂ ਆਪਣੇ ਪੇਰੈਂਟਸ ਲਈ ਐਪਲੀਕੇਸ਼ਨ ਕਰ ਸਕਦੇ ਹੋ। ਸੁਖਮਨ ਜੀ, ਜਿਵੇਂ ਕਿ ਇਹ ਪਹਿਲਾ ਸਿਸਟਮ ਜੋ ਚੱਲ ਰਿਹਾ ਸੀਗਾ ਕਿ ਮੈਰਿਟ ਬੇਸ ਦੇ ਉੱਪਰ ਫਸਟ ਕਮ ਫਸਟ ਸਰਵ ਜਿਹੜਾ ਆ ਐਪਲੀਕੇਸ਼ਨ ਤੁਹਾਡੀ ਸਬਮਿਟ ਹੁੰਦੀ ਸੀਗੀ, ਹੁਣ ਸੁਣਨ 'ਚ ਆਇਆ ਹੈ ਕਿ ਦੁਬਾਰਾ ਇਹ ਜੋ ਗਵਰਨਮੈਂਟ ਆਫ ਕੈਨੇਡਾ ਨੇ ਜੋ ਇਹ ਐਪਲੀਕੇਸ਼ਨ ਪ੍ਰੋਸੈਸ ਹੈ ਉਹ ਲੋਟਰੀ ਸਿਸਟਮ ਕਰਤਾ ਹੈ, ਕੀ ਇਹ ਸਹੀ ਹੈ? ਇਹ ਨਹੀਂ ਕਹਿ ਸਕਦੇ ਆਪਾਂ ਕਿ ਇਹ ਫੇਅਰ ਸਿਸਟਮ ਹੈ, ਬਟ ਇਸ ਵੇਲੇ ਜੋ ਗਵਰਨਮੈਂਟ ਨੇ ਪਲੱਸਸ ਮਾਈਨਸਿਸ ਕੀਤੇ ਨੇ, ਸਾਰੇ ਪ੍ਰੋਜ਼ ਐਂਡ ਕੌਨਸ ਦੇਖ ਕੇ ਇਹਨੂੰ ਇਸ ਵੇਲੇ ਫੇਵਰੇਬਲ ਸਿਸਟਮ ਗਿਣਿਆ ਹੈ। ਕਿਉਂਕਿ ਲਾਸਟ ਈਅਰ ਕਾਫੀ ਇਸ਼ੂ ਆਇਆ ਸੀਗਾ ਕਿ ਜਿੰਨੀਆਂ ਵੀ ਐਪਲੀਕੇਸ਼ਨ ਸੀ ਅਰਾਊਂਡ 3-4 ਮਿੰਟ ਦੇ ਵਿੱਚ ਫਿਲ ਹੋ ਗਈਆਂ ਸੀ। ਬਿਲਕੁਲ ਜੀ, ਡਿਸੇਬਲ ਲੋਕਾਂ ਨੂੰ ਪ੍ਰੋਬਲਮ ਆਈ ਸੀਗੀ ਤੇ ਉਹਨਾਂ ਨੇ ਉਹ ਪ੍ਰੋਗਰਾਮ ਨੂੰ, ਉਸ ਪੈਟਰਨ ਨੂੰ ਸ਼ਟ ਡਾਊਨ ਕਰਤਾ ਕਿ ਦੇ ਆਰ ਨਾਟ ਗੋਇੰਗ ਬੈਕ ਟੂ ਦ ਸੇਮ ਪੈਟਰਨ। ਸੋ ਜੋ ਪ੍ਰੀਵੀਅਸਲੀ ਯੂਜ਼ ਕੀਤਾ ਸੀਗਾ ਉਹਨਾਂ ਨੇ ਲੋਟਰੀ ਸਿਸਟਮ, ਉੱਤੇ ਜਾ ਰਹੇ। ਆਲਦੋ ਇਟ ਵਾਸ ਆਲਸੋ ਕ੍ਰਿਟਿਸਾਈਜ਼ਡ ਵੈਰੀ ਬੈਡਲੀ ਕਿ ਕਾਫੀ ਲੋਕਾਂ ਦੇ ਇਸ਼ੂਜ਼ ਕੰਸਰਨਸ ਆਏ ਸੀ ਇਹਦੇ ਬਾਰੇ ਵੀ। ਬਿਲਕੁਲ ਜੀ, ਬਟ ਫॉर ਨਾਓ ਗਵਰਨਮੈਂਟ ਨੇ ਇਸੇ ਹੀ ਪ੍ਰੋਗਰਾਮ ਨੂੰ ਤਰਜੀਹ ਦਿੱਤੀ ਆ। ਸੁਖਮਨ ਜੀ, ਕਾਫੀ ਲੰਬੇ ਸਮੇਂ ਤੋਂ ਸਾਡੇ ਸਰੋਤਿਆਂ ਦੇ ਜਾਂ ਮੇਰੇ ਪਰਸਨਲੀ ਫਰੈਂਡ ਸਰਕਲ ਤੋਂ ਬਹੁਤ ਸਾਰੇ ਲੋਕਾਂ ਦੇ ਫੋਨ ਆ ਰਹੇ ਨੇ। ਕੁਝ ਲੋਕ ਜੋ ਕੈਨੇਡਾ ਦੇ ਵਿੱਚ ਪਿਛਲੇ 12 ਸਾਲ ਤੋਂ 13 ਸਾਲ ਤੋਂ ਰਹਿ ਰਹੇ ਨੇ, ਉਹ ਕੈਨੇਡਾ ਸਰਕਾਰ ਨੂੰ ਰੈਗੂਲਰ ਜੋ ਆਪਣਾ ਟੈਕਸ ਪੇ ਕਰ ਰਹੇ ਨੇ, ਜਿਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਤਾਂ 3 ਜਾਂ 4 ਵਾਰ ਆਪਣੀ ਐਪਲੀਕੇਸ਼ਨ ਜੋ ਇਹ ਕੈਨੇਡਾ ਪੇਰੈਂਟਸ ਦੀ ਪਾਈ ਸੀ, ਬਟ ਉਹਨਾਂ ਦੀ ਐਪਲੀਕੇਸ਼ਨ ਇਨ ਨਹੀਂ ਹੋ ਪਾਈ। ਸੋ ਉਹ ਲੋਕਾਂ ਦੇ ਵਿੱਚ ਇੱਕ ਰੋਸ਼ ਹੈ, ਲੋਕਾਂ ਦੇ ਵਿੱਚ ਗੁੱਸਾ ਹੈ ਕਿ ਜੋ ਅਸੀਂ ਇੰਨੇ ਲੰਬੇ ਸਮੇਂ ਤੋਂ ਆਪਣਾ ਟੈਕਸ ਭਰਨ ਦੇ ਬਾਵਜੂਦ ਵੀ ਕੁਝ ਜੋ ਲੋਕ ਨਵੇਂ ਇਮੀਗ੍ਰੈਂਟਸ ਨੇ ਪਿਛਲੇ 3 ਸਾਲ ਤੋਂ ਆਏ ਨੇ, ਉਹ ਆਪਣੀ ਐਪਲੀਕੇਸ਼ਨ ਜਦ ਉਹਨਾਂ ਨੇ ਆਪਣੀ ਪਾਈ ਤੇ ਉਹਨਾਂ ਦੀ ਐਪਲੀਕੇਸ਼ਨ ਐਕਸੈਪਟ ਕਰ ਲਿੱਤੀ ਗਈ। ਸੋ ਇਸ ਬਾਰੇ ਕੀ ਕਹੋਗੇ ਤੁਸੀਂ? ਹਾਂਜੀ, ਜਿਹੜੀ ਤੁਹਾਡਾ ਕੰਸਰਨ ਜਾਂ ਤੁਹਾਡੇ ਸਰੋਤਿਆਂ ਦਾ ਕੰਸਰਨ ਹੈ, ਸਾਨੂੰ ਵੀ ਕਾਫੀ ਕਾਲਸ ਆਉਂਦੀਆਂ ਨੇ ਇਸ ਬਾਰੇ ਕਿ ਦਿਸ ਇਜ਼ ਨਾਟ ਫੇਅਰ ਸਿਸਟਮ, ਇਹਨੂੰ ਬੈਟਰ ਕਰਨਾ ਚਾਹੀਦਾ ਹੈ। ਤੇ ਕਾਫੀ ਐਕਸਪੈਕਟਡ ਸੀ ਇਸ ਸਾਲ ਕਿ ਗਵਰਨਮੈਂਟ ਕੁਝ ਬੈਟਰ ਲੈ ਕੇ ਆਏਗੀ, ਬਟ ਮੇ ਬੀ ਦਾ ਕੋਵਿਡ ਇਜ਼ ਦੀ ਰੀਜ਼ਨ ਜਾਂ ਕੋਈ ਉਹਨਾਂ ਦੀ ਪਲੈਨਿੰਗ 'ਚ ਕਮੀ ਰਹਿ ਗਈ ਹੈ ਕਿ ਜਿਹੜੇ ਪ੍ਰੀਵੀਅਸ ਸਿਸਟਮ ਤੇ ਚੱਲ ਗਏ, ਇਹ ਫੇਅਰ ਸਿਸਟਮ ਨਹੀਂ ਹੈਗਾ। ਜਿਹੜੇ ਲੋਕ ਕਾਫੀ ਦੇਰ ਤੋਂ ਵੇਟ ਕਰ ਰਹੇ ਆ, ਇਟਸ ਅ ਹਿੱਟ ਐਂਡ ਮਿਸ ਚਾਂਸ ਕਿ ਕਿਸੇ ਦੇ ਲੱਗ ਗਿਆ ਕਿਸੇ ਦਾ ਨਹੀਂ ਲੱਗ ਗਿਆ। ਇਟਸ ਜਸਟ ਔਨ ਯੂਰ ਲੱਕ ਕਿ ਤੁਸੀਂ ਚੂਜ਼ ਹੁੰਦੇ ਕਿ ਨਹੀਂ ਹੁੰਦੇ ਉਹਦੇ ਵਿੱਚ। ਸੋ ਗਵਰਨਮੈਂਟ ਕਾਫੀ ਸੁਜੈਸ਼ਨਸ ਆਪਾਂ ਵੀ ਸੈਂਡ ਕੀਤੇ ਆ ਸਾਰੇ ਜਾਣਿਆਂ ਨੇ, ਹੋਰ ਲੋਕਾਂ ਨੇ ਵੀ, ਕਿ ਮੈਰਿਟ ਦੇ ਬੇਸ ਤੇ ਕਿ ਮੇ ਬੀ ਦੇ ਕੈਨ ਰੇਜ਼ ਅ ਬਾਰ ਆਫ ਇਟ ਕਿ ਥੋੜੀ ਇਨਕਮ ਦੀ ਜਿਹੜੀ ਆ ਰਿਕੁਆਇਰਮੈਂਟ ਹੈ, ਜਿਹੜੇ 5 ਸਾਲ ਕਰ ਸਕਦੇ ਆ 3 ਸਾਲ ਦੀ ਇੱਕ ਜਗ੍ਹਾ ਉਹ ਚੇਂਜ ਕਰ ਦੇਣ। ਮੇ ਬੀ ਦੇਰ ਇਜ਼ ਅ ਲਿਮਿਟੇਸ਼ਨ ਕਿ ਜਿਹੜੇ ਪੁਰਾਣੇ ਲੋਕਾਂ ਨੂੰ ਜ਼ਿਆਦਾ ਪ੍ਰਾਇੋਰਟੀ ਮਿਲ ਸਕੇ, ਜਿਹੜੇ ਕਾਫੀ ਦੇਰ ਤੋਂ ਇਸ ਪ੍ਰੋਗਰਾਮ ਦੇ ਸਕਸੈਸ ਦੀ ਵੇਟ ਕਰ ਰਹੇ ਆ। ਸੁਖਮਨ ਜੀ, ਹੁਣ ਗੱਲ ਕਰਦੇ ਹਾਂ ਕਿ ਜੋ ਇਹ ਪ੍ਰੋਗਰਾਮ ਹੈ ਗ੍ਰੈਂਡ ਪੇਰੈਂਟ ਪ੍ਰੋਗਰਾਮ, ਜੋ ਕਿ 13 ਅਕਤੂਬਰ ਤੋਂ ਇਹ ਐਪਲੀਕੇਸ਼ਨ ਖੁੱਲ੍ਹਣ ਜਾ ਰਹੀ ਨੇ, ਗੱਲ ਕਰਾਂਗੇ ਕਿ ਇਹਦਾ ਜੋ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈ?
ਟੂ ਸਪਾਂਸਰ ਯੂਰ ਗ੍ਰੈਂਡ ਪੇਰੈਂਟਸ ਐਂਡ ਪੇਰੈਂਟਸ, ਤੁਹਾਨੂੰ ਫਸਟ ਥਿੰਗ ਇਜ਼ ਫਸਟ ਕਿ 18 ਸਾਲ ਦੀ ਏਜ ਹੋਣੀ ਚਾਹੀਦੀ ਹੈ। ਸੈਕੰਡ ਕਿ ਤੁਸੀਂ ਕੈਨੇਡੀਅਨ ਜਾਂ PR ਹੋਣੇ ਚਾਹੀਦੇ ਹੋ ਜਾਂ ਫਸਟ ਇੰਡੀਅਨ ਰਜਿਸਟਰਡ ਹੋਣੇ ਚਾਹੀਦੇ ਕੈਨੇਡਾ ਦੇ ਵਿੱਚ। ਥਰਡ ਹੈ ਕਿ ਜਿਹੜੀ ਮਿਨੀਮਮ ਇਨਕਮ ਦੀ ਰਿਕੁਆਇਰਮੈਂਟ ਹੈ ਵੀ ਉਹ ਮੀਟ ਕਰਨੀ ਹੋਵੇਗੀ ਤੁਹਾਨੂੰ। ਫੋਰਥ ਆ ਜਾਂਦਾ ਕਿ ਤੁਸੀਂ ਕੈਨੇਡਾ ਦੇ ਵਿੱਚ ਰਿਜ਼ਾਈਡ ਕਰਦੇ ਹੋਣੇ ਚਾਹੀਦੇ ਜਦੋਂ ਤੁਸੀਂ ਐਪਲੀਕੇਸ਼ਨ ਪ੍ਰੋਸੈਸ ਕਰਾਉਣਾ ਚਾਹੁੰਦੇ ਜੇ ਆਪਣੀ। ਤੇ ਨੈਕਸਟ ਆ ਜਾਂਦਾ ਕਿ ਤੁਹਾਡੇ ਅਗੇਂਸਟ ਕੋਈ ਸੀਰੀਅਸ ਕ੍ਰਿਮੀਨਲ ਅਫੈਂਸ ਨਹੀਂ ਹੈਗਾ, ਕਨਵਿਕਸ਼ਨ ਨਹੀਂ ਹੈਗੀ ਤੁਹਾਡੇ ਅਗੇਂਸਟ, ਜਾਂ ਤੁਹਾਡੇ ਅਗੇਂਸਟ ਤੁਸੀਂ ਕੋਈ ਇਮੀਗ੍ਰੇਸ਼ਨ ਲੋਨ ਨਹੀਂ ਪੈਂਡਿੰਗ ਹੈਗਾ ਤੁਹਾਡਾ ਕੋਈ, ਜਾਂ ਤੁਸੀਂ ਬੈਂਕਰਪਸੀ ਡਿਕਲੇਅਰ ਕੀਤੀ ਹੈ ਤੇ ਤੁਸੀਂ ਉਹਦੇ 'ਚੋਂ ਡਿਸਚਾਰਜ ਨਹੀਂ ਹੋਏ ਤਾਂ ਹੀ ਸਪਾਂਸਰ ਕਰ ਸਕਦੇ। ਜੇ ਤੁਹਾਡੇ ਅਗੇਂਸਟ ਸੀਰੀਅਸ ਕ੍ਰਿਮੀਨਲ ਅਫੈਂਸ ਕਨਵਿਕਸ਼ਨ ਹੈਗੀ ਆ, ਜਾਂ ਤੁਹਾਡੇ ਇਮੀਗ੍ਰੇਸ਼ਨ ਲੋਨਸ ਦੀ ਤੁਸੀਂ ਡਿਫਾਲਟਰ ਹੋ, ਤੇ ਜਾਂ ਤੁਸੀਂ ਬੈਂਕਰਪਸੀ ਡਿਕਲੇਅਰ ਕੀਤੀ ਤੇ ਡਿਸਚਾਰਜ ਨਹੀਂ ਹੋਏ, ਤੁਸੀਂ ਐਲੀਜੀਬਲ ਨਹੀਂ ਹੈਗੇ ਇਸ ਪ੍ਰੋਗਰਾਮ ਲਈ। ਸੁਖਮਨ ਜੀ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਪੇਰੈਂਟਸ ਸੁਪਰ ਵੀਜ਼ਾ ਜੋ ਇੱਕ ਇਹਨਾਂ ਦੀ ਫੈਸਿਲਿਟੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਦੀ, ਉਹ ਸੁਪਰ ਵੀਜ਼ਾ ਤੇ ਹਰ ਸਾਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜੋ ਪੇਰੈਂਟਸ ਨੇ ਉਹ ਕੈਨੇਡਾ ਆਉਂਦੇ ਨੇ। ਸੋ ਸਵਾਲ ਮੇਰਾ ਇਹ ਹੈ ਕਿ ਜੇ ਕਿਸੇ ਦੇ ਪੇਰੈਂਟਸ ਸੁਪਰ ਵੀਜ਼ਾ ਤੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਕੀ ਉਹ ਅਪਲਾਈ ਕਰ ਸਕਦੇ ਨੇ ਇਸ ਪ੍ਰੋਗਰਾਮ ਦੇ ਵਿੱਚ? ਹਾਂਜੀ, ਡੈਫੀਨੇਟਲੀ ਇਦਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਇਨਸਾਈਡ ਆਊਟਸਾਈਡ ਕੈਨੇਡਾ ਦੀ। ਜੇ ਪੇਰੈਂਟਸ ਆਲਰੇਡੀ ਇਨ ਕੈਨੇਡਾ ਨੇ ਤੇ ਇੰਟਰਸਟ ਟੂ ਸਪਾਂਸਰ ਫਾਰਮ ਫਿਲ ਕਰ ਸਕਦੇ ਆ, ਐਂਡ ਇਫ ਦੇ ਗੈਟ ਚੂਜ਼ਨ ਇਨਟੂ ਇਟ ਜਾਂ ਉਹਨਾਂ ਦੀ ਇਨਵੀਟੇਸ਼ਨ ਆ ਜਾਂਦਾ ਹੈ ਉਹਨਾਂ ਨੂੰ, ਤੇ ਉਹ ਐਲੀਜੀਬਲ ਨੇ ਅਪਲਾਈ ਕਰਨ ਵਾਸਤੇ। ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਇਦਾਂ ਦੀ। ਸੁਖਮਨ ਜੀ, ਅਗਲਾ ਜੋ ਸਵਾਲ ਹੈ ਉਹ ਹੈ ਇਨਕਮ ਕ੍ਰਾਈਟੇਰੀਆ ਨੂੰ ਲੈ ਕੇ। ਸਾਡੇ ਸਰੋਤਿਆਂ ਨੂੰ ਦੱਸੋ ਕਿ ਇਸ ਪ੍ਰੋਗਰਾਮ ਦੀ ਜੋ ਐਲੀਜੀਬਲ ਹੋਣ ਲਈ ਤੁਹਾਨੂੰ ਕਿੰਨੀ ਇਨਕਮ ਜੋ ਹੈ ਉਹ ਤੁਹਾਨੂੰ ਸ਼ੋਅ ਕਰਨੀ ਪਏਗੀ? ਹਾਂਜੀ, ਇਹਦੇ ਵਿੱਚ ਕੋਵਿਡ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਥੋੜੇ ਗਵਰਨਮੈਂਟ ਨੇ ਚੇਂਜਸ ਕੀਤੇ। ਇਹਦੇ ਵਿੱਚ ਪ੍ਰੀਵੀਅਸਲੀ ਹੁੰਦਾ ਸੀਗਾ ਕਿ ਲਿਖੋ ਜਿਹੜੀ ਮਿਨੀਮਮ ਇਨਕਮ ਪਲੱਸ 30% ਚਾਹੀਦਾ ਹੁੰਦਾ ਸੀਗਾ ਤੁਹਾਨੂੰ ਪ੍ਰੋਗਰਾਮ ਦੀ ਮਿਨੀਮਮ ਰਿਕੁਆਇਰਮੈਂਟਸ ਨੂੰ ਮੀਟ ਕਰਨ ਲਈ ਪਿਛਲੇ 3 ਸਾਲਾਂ ਦੀ। ਸੋ ਇਸ ਸਾਲ ਤੁਹਾਨੂੰ 2020 ਦੀ 2019 ਦੀ ਤੇ 2018 ਦੀ ਇਨਕਮ ਚਾਹੀਦੀ ਆ। ਬਟ ਇੱਥੇ ਚੇਂਜ ਇਹ ਹੈਗਾ ਕਿ ਜਿਹੜੀ 2020 ਦੀ ਇਨਕਮ ਆ, ਉਹਨਾਂ ਨੇ ਉਹਦੇ ਵਿੱਚ ਚੇਂਜਸ ਕੀਤੇ ਨੇ ਕਿ ਜਿਹੜੀ ਐਡੀਸ਼ਨਲ 30% ਹੁੰਦੀ ਸੀ ਮਿਨੀਮਮ ਇਨਕਮ ਦੇ ਓਵਰ ਫॉर ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਸਪਾਂਸਰਸ਼ਿਪ, ਉਹ 30% ਐਰਕੀ ਨਹੀਂ ਹੈਗੀ। ਤੁਹਾਨੂੰ ਮਿਨੀਮਮ ਇਨਕਮ ਹੀ ਮੀਟ ਕਰਨ ਦੀ ਲੋੜ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੋਵਿਡ ਦੇ ਕਰਕੇ ਕਾਫੀ ਲੋਕਾਂ ਦੇ ਕੰਮ ਇਫੈਕਟ ਹੋਏ ਨੇ, ਉਹਨਾਂ ਦੀ ਇਨਕਮ ਆਟੋਮੈਟਿਕਲੀ ਇਸ ਸਾਲ ਘੱਟ ਹੋ ਜਾਣੀ ਸੀ। ਸੋ ਉਸ ਚੀਜ਼ ਦੇ ਕਰਕੇ ਉਹਨਾਂ ਨੇ ਇੱਕ ਪ੍ਰਾਇੋਰਟੀ ਦਿੱਤੀ ਹੈ ਇਸ ਚੀਜ਼ ਨੂੰ। ਹਾਂਜੀ ਸੁਖਮਨ ਜੀ, ਅਗਲਾ ਜੋ ਮੇਰਾ ਸਵਾਲ ਹੈ ਜੀ, ਜੇ ਕੋਈ ਭੈਣ ਭਰਾ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਦਾ ਜੋ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ ਆਪਣੀ ਇਨਕਮ ਨੂੰ ਜੁਆਇੰਟ ਕਰਕੇ, ਕੀ ਉਹ ਕਰ ਸਕਦੇ ਨੇ? ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਰ, ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਕਾਫੀ ਕੁਐਸਚਨ ਆਉਂਦੇ ਆ ਸਾਨੂੰ ਇਸ ਮੈਟਰ ਦੇ ਰਿਗਾਰਡਿੰਗ। ਬ੍ਰਦਰ ਸਿਸਟਰ ਆਪਣੀ ਇਨਕਮ ਕੋਲੈਬੋਰੇਟ ਨਹੀਂ ਕਰ ਸਕਦੇ, ਇੱਕ ਦੂਜੇ ਦੇ ਕੋ ਸਾਈਨਰ ਨਹੀਂ ਬਣ ਸਕਦੇ ਸੇਮ ਐਪਲੀਕੇਸ਼ਨ ਤੇ। ਓਨਲੀ ਸਪਾਊਸ ਹੀ ਤੁਹਾਡਾ ਜਾਂ ਕਾਮਨ ਲਾ ਪਾਰਟਨਰ ਹੀ ਤੁਹਾਡਾ ਕੋ ਸਾਈਨਰ ਬਣ ਸਕਦਾ ਹੈ ਐਪਲੀਕੇਸ਼ਨ ਤੇ। ਸੋ ਜੇ ਬ੍ਰਦਰ ਸਿਸਟਰ ਰਲ ਕੇ ਆਪਣੇ ਪੇਰੈਂਟਸ ਦੀ ਕਰਨਾ ਚਾਹੁੰਦੇ, ਜੇ ਨਹੀਂ, ਜੇ ਇੱਕ ਬੰਦੇ ਦੀ ਇੱਕ ਕਹਿ ਲਓ ਚਿਲਡਰਨ ਦੀ ਇਨਕਮ ਨਹੀਂ ਕੰਪਲੀਟ ਹੁੰਦੀ ਆਪਣੇ ਪੇਰੈਂਟਸ ਨੂੰ ਸਪਾਂਸਰ ਕਰਨ ਲਈ, ਸੋ ਦੇ ਆਰ ਨਾਟ ਐਲੀਜੀਬਲ ਫॉर ਦਿਸ ਪ੍ਰੋਗਰਾਮ। ਸੁਖਮਨ ਜੀ, ਇਸੇ ਤੇ ਮੇਰਾ ਇੱਕ ਹੋਰ ਸਵਾਲ ਹੈ, ਜਿਵੇਂ ਕਿ ਹਸਬੈਂਡ ਵਾਈਫ, ਸਪੋਜ਼ ਹਸਬੈਂਡ ਵਾਈਫ ਜੋ ਵਾਈਫ ਆਪਣੇ ਪੇਰੈਂਟਸ ਲਈ ਅਪਲਾਈ ਕਰਨਾ ਚਾਹੁੰਦੇ ਨੇ, ਕੀ ਉਹ ਪ੍ਰਾਈਮ ਐਪਲੀਕੈਂਟ ਹੋਣਗੇ ਜਾਂ ਉਹਨਾਂ ਦੇ ਸਪਾਊਸ ਵੀ ਜਿਹੜੇ ਆ ਪ੍ਰਾਈਮ ਐਪਲੀਕੈਂਟ ਹੋ ਸਕਦੇ ਨੇ? ਸੋ ਇੱਥੇ ਪ੍ਰਿੰਸੀਪਲ ਸਪਾਂਸਰ ਵਾਈਫ ਹੀ ਹੋਣਗੇ। ਉਹ ਆਲਵੇਜ਼ ਆਪਣੇ ਹਸਬੈਂਡ ਦੀ ਉਹਨਾਂ ਦੀ ਕੰਸੈਂਟ ਦੇ ਨਾਲ ਉਹਨਾਂ ਨੂੰ ਕੋ-ਸਾਈਨਰ ਬਣਾ ਸਕਦੇ ਆ ਐਪਲੀਕੇਸ਼ਨ ਤੇ। ਠੀਕ ਹੈ, ਇਨ ਕੇਸ ਵਾਈਫ ਦੀ ਇਨਕਮ ਨਹੀਂ ਕੰਪਲੀਟ ਹੋ ਰਹੀ ਤੇ ਉਹ ਆਪਣੇ ਸਪਾਊਸ ਨੂੰ ਕੰਸੀਡਰ ਕਰਕੇ ਉਹਨਾਂ ਜੇ ਅੰਡਰਟੇਕਿੰਗ ਲਈ ਰੈਡੀ ਉਹਨਾਂ ਦੇ ਸਪਾਊਸ ਵੀ, ਤੇ ਉਹ ਕੋ-ਸਾਈਨ ਕਰਵਾ ਕੇ ਇਨਕਮ ਕੋਲੈਬੋਰੇਟ ਕਰਕੇ ਉਹ ਦੋਵੇਂ ਜਣੇ ਕਰ ਸਕਦੇ। ਬਟ ਇਹਦੇ ਵਿੱਚ ਮੇਨ ਸਪਾਂਸਰ ਵਾਈਫ ਹੀ ਹੋਊਗੀ। ਪਰ ਜੇ ਮੇਜਰ ਇਨਕਮ ਮੰਨ ਲਓ ਜੇ ਹਸਬੈਂਡ ਦੀ ਆ, ਲੈਟਸ ਸੇ ਹਸਬੈਂਡ ਦੀ $1,00,000 ਦੀ ਇਨਕਮ ਹੈ ਐਜ਼ ਕੰਪੇਅਰ ਟੂ ਵਾਈਫ ਜਿਹੜੀ ਆ ਉਹ 20,000 ਕਮਾ ਰਹੀ ਹੈ ਸਾਲ ਦਾ, ਤੇ ਉਹਦੇ ਨਾਲ ਜਿਹੜੀ ਇਨਕਮ ਆ ਦੋਨਾਂ ਦੀ ਕੋਲੈਬੋਰੇਟ ਹੋ ਸਕਦੀ ਹੈ? ਹਾਂਜੀ, ਇਨਕਮ ਕੋਲੈਬੋਰੇਟ ਹੋ ਸਕਦੀ, ਇਨਕਮ ਦਾ ਕੋਈ ਇਸ਼ੂ ਨਹੀਂ ਹੈ। ਬਟ ਇਹਦੇ ਵਿੱਚ ਮੇਨ ਸਪਾਂਸਰ ਵਾਈਫ ਹੀ ਰਹਿ ਰਹੀ। ਇਹਦੇ ਵਿੱਚ ਕਿਸੇ ਵੇਲੇ ਸਵਾਲ ਆਉਂਦਾ ਹੈ ਕਿ ਕੀ ਅਸੀਂ ਮੈਂ ਆਪਣੇ ਇਨ-ਲॉज ਨੂੰ ਸਪਾਂਸਰ ਕਰ ਸਕਦਾ ਵਾਂ? ਇਹ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦਾ ਪ੍ਰੋਗਰਾਮ ਹੈ। ਤੁਹਾਡਾ ਸਪਾਊਸ ਕਰੇ, ਤੁਸੀਂ ਉਹਦੇ ਆਲਵੇਜ਼ ਐਪਲੀਕੇਸ਼ਨ ਨੂੰ ਸਪੋਰਟ ਜਾਂ ਕੋ-ਸਾਈਨ ਕਰ ਸਕਦੇ ਜੀ, ਇਨਕਮ ਕੋਲੈਬੋਰੇਟ ਕਰਾ ਸਕਦੇ ਜੀ ਆਪਣੀ ਦੋਵਾਂ ਜਣੇ ਦੀ। ਬਟ ਜੇ ਤੁਸੀਂ ਕਹੋਗੇ ਮੈਂ ਸਿੱਧਾ ਹੀ ਆਪਣੇ ਇਨ-ਲॉज ਦੇ ਬਿਹਾਫ ਤੇ ਕਰਨਾ, ਮੈਂ ਇਕੱਲੇ ਨੇ ਨਹੀਂ ਕਰ ਸਕਦੇ। ਸੋ ਅਲਟੀਮੇਟਲੀ ਦੋਨਾਂ ਦੇ ਵਿੱਚੋਂ ਹਸਬੈਂਡ ਜਾਂ ਵਾਈਫ ਦੇ ਵਿੱਚੋਂ ਆਪਣੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਹੀ ਅਪਲਾਈ ਕਰ ਸਕਦੇ ਨੇ? ਹਾਂਜੀ, ਕਰ ਸਕਦੇ ਆ। ਠੀਕ ਹੈ, ਅਗਲਾ ਜੋ ਮੇਰਾ ਸਵਾਲ ਹੈ, ਬਹੁਤ ਸਾਰੇ ਲੋਕ ਸੋਚਦੇ ਨੇ ਕਿ ਅਸੀਂ ਇੱਕ ਐਪਲੀਕੇਸ਼ਨ ਦੀ ਬਜਾਏ 2 ਐਪਲੀਕੇਸ਼ਨਾਂ ਕਰ ਦਈਏ, 3 ਐਪਲੀਕੇਸ਼ਨਾਂ ਕਰ ਦਈਏ, ਹੋ ਸਕਦਾ ਕਿ ਬਾਏ ਲੱਕ ਸਾਡੀ 5 ਐਪਲੀਕੇਸ਼ਨ ਚੋਂ ਇੱਕ ਐਪਲੀਕੇਸ਼ਨ ਸਿਲੈਕਟ ਹੋ ਜਵੇ। ਕੀ ਇਹ ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਨਹੀਂ ਜੀ, ਕਾਫੀ ਸਵਾਲ ਆ ਰਹੇ ਸਾਨੂੰ ਇਸ ਚੀਜ਼ ਬਾਰੇ ਕਿ ਅਸੀਂ ਮਲਟੀਪਲ ਟਾਈਮਸ ਇੰਟਰਸਟ ਆਫ ਸਪਾਂਸਰ ਫਾਰਮ ਭਰਨਾ ਚਾਹੁੰਦੇ, ਤੁਸੀਂ ਭਰ ਦੋਗੇ ਜੇ ਤਾਂ? ਸੋ ਮੇਰਾ ਸੁਜੈਸ਼ਨ ਇਹੀ ਹੈ, ਗਵਰਨਮੈਂਟ ਨੇ ਵੀ ਗਾਈਡਲਾਈਨਸ ਦਿੱਤੀਆਂ ਨੇ ਕਿ ਇੱਕ ਵਾਰੀ ਫਾਰਮ ਭਰਨਾ ਹੈ ਆਪਾਂ,
ਬਾਈ ਚਾਂਸ ਜੇ ਤੁਹਾਡੇ ਕੋਲ ਉਹਦੇ ਵਿੱਚ ਮਿਸਟੇਕ ਵੀ ਹੋ ਜਾਂਦੀ ਹੈ, ਤੁਹਾਨੂੰ ਦੁਬਾਰਾ ਭਰਨ ਦੀ ਫਿਰ ਨਹੀਂ ਲੋੜ। ਦੇਰ ਇਜ਼ ਅ ਪ੍ਰੋਸੈਸ ਟੂ ਫੋਲੋ ਕਿ ਤੁਸੀਂ ਆਪਣੀ ਮਿਸਟੇਕ ਕਿੱਦਾਂ ਕਰੈਕਟ ਕਰਾ ਸਕਦੇ ਜੇ। ਬਟ ਜੇ ਕਹੀਏ ਆਪਾਂ ਕਿ 5 ਤੋਂ 10 ਵਾਰੀ ਇੰਟਰਸਟ ਟੂ ਸਪਾਂਸਰ ਫਾਰਮ ਭਰਦੇ ਹਾਂ ਆਪਾਂ, ਤੇ ਸਾਡੇ ਚਾਂਸਸ ਵੱਧ ਜਾਂਦੇ ਆ ਲੋਟਰੀ 'ਚ ਇਨਵੀਟੇਸ਼ਨ ਰਿਸੀਵ ਕਰਨ ਦੇ। ਨਹੀਂ ਜੀ, ਇੱਦਾਂ ਦਾ ਕੁਝ ਨਹੀਂ ਹੈ। ਜਦੋਂ ਉਹਨਾਂ ਨੇ ਪੂਲ ਦੇ ਵਿੱਚ ਸਾਰੀਆਂ ਇਨਵੀਟੇਸ਼ਨਸ ਇੰਟਰਸਟ ਟੂ ਸਪਾਂਸਰ ਫਾਰਮ ਆਉਂਦੇ ਆ, ਉਸ ਤੋਂ ਬਾਅਦ ਉਹਨਾਂ ਨੇ ਫਿਲਟਰ ਕਰਨੇ ਆ ਕਿ ਜਿਹੜੀਆਂ ਵੀ ਡੁਪਲੀਕੇਟ ਐਪਲੀਕੇਸ਼ਨਸ ਆ ਰਿਮੂਵ ਕਰਨਗੇ। ਉਹ ਤੁਹਾਡੀ ਇੱਕੋ ਐਪਲੀਕੇਸ਼ਨ ਹੀ ਉੱਥੇ ਰਹਿਣੀ ਆ। ਦੇਰ ਇਜ਼ ਅ ਚਾਂਸ ਕਿ ਮੇ ਵੀ ਤੁਹਾਨੂੰ ਉਹ ਇਨਐਲੀਜੀਬਲ ਵੀ ਕਰ ਸਕਦੇ ਇਸੇ ਬੇਸਿਸ ਤੇ ਕਿ ਤੁਸੀਂ ਮਲਟੀਪਲ ਐਪਲੀਕੇਸ਼ਨ ਇੰਟਰਸਟ ਫਿਲ ਕੀਤਾ, ਇੰਟਰਸਟ ਫਾਰਮ ਕੀਤਾ ਹੈ। ਹਾਂਜੀ ਸਰ, ਅਖੀਰ ਦੇ ਵਿੱਚ ਮੇਰਾ ਇੱਕ ਸਵਾਲ ਹੈ, ਉਹ ਹੈ ਜੀ ਇਹ ਜੋ ਪ੍ਰੋਗਰਾਮ ਹੈ ਇਸ ਦੀ ਕੀ ਡੈਡਲਾਈਨਸ ਨੇ, ਕਦੋਂ ਸ਼ੁਰੂ ਹੋ ਰਿਹਾ ਹੈ, ਔਰ ਇਸ ਪ੍ਰੋਗਰਾਮ ਦੇ ਵਿੱਚ ਲੈਟਸ ਸੇ ਜਿਸ ਕਿਸੇ ਦੀ ਵੀ ਫਾਈਲ ਸਿਲੈਕਟ ਹੁੰਦੀ ਆ ਉਸ ਦੇ ਕੋਲ ਕਿੰਨਾ ਸਮਾਂ ਹੈ ਆਪਣੀ ਐਪਲੀਕੇਸ਼ਨ ਨੂੰ ਪ੍ਰੋਪਰ ਪੈਕੇਜ ਨੂੰ ਭੇਜਣ ਦਾ? ਓਕੇ ਜੀ, ਹਾਂਜੀ। ਇਹਦੇ ਵਿੱਚ 13 ਅਕਤੂਬਰ ਨੂੰ ਸਟਾਰਟ ਹੋ ਰਹੀ ਹੈ ਪ੍ਰੋਸੈਸ। 12 ਵਜੇ ਈਸਟਰਨ ਟਾਈਮ ਦੇ ਹਿਸਾਬ ਨਾਲ ਆਪਣੇ ਐਡਮਿੰਟਨ ਦਾ ਕਹਿ ਲਓ 10 ਵਜੇ ਦਾ ਟਾਈਮ ਹੋਏਗਾ। ਬਿਲਕੁਲ ਜੀ। ਤੇ ਇੰਟਰਸਟ ਟੂ ਸਪਾਂਸਰ ਫਾਰਮ ਕਰ ਸਕਦੇ ਆ। ਕਈਆਂ ਲੋਕਾਂ ਦੇ ਮਨ 'ਚ ਇਹ ਆ ਕਿ ਆਪਾਂ ਪਹਿਲੇ ਟਾਈਮ ਹੀ ਕਰ ਦਾਂਗੇ ਤੇ ਚਾਂਸਸ ਵੱਧ ਜਾਣਗੇ। ਇਦਾਂ ਦਾ ਕੁਝ ਨਹੀਂ ਆ। ਬਹੁਤ ਪ੍ਰੋਸੈਸ ਹੈਗਾ ਕਿ 3 ਵੀਕ ਪ੍ਰੋਸੈਸ ਹੈ। ਜਦੋਂ ਮਰਜ਼ੀ ਤੁਸੀਂ ਸਬਮਿਟ ਕਰੋ। ਉਹ ਸੇਮ ਪੂਲ ਦੇ ਵਿੱਚ ਹੀ ਐਪਲੀਕੇਸ਼ਨ ਇਹ ਨਹੀਂ ਹੈ ਕਿ ਕਿਸੇ ਦੇ ਉੱਪਰ ਚੱਲ ਜਾਣੀ ਹੈ ਜਾਂ ਥੱਲੇ ਹੋ ਜਾਣੀ ਹੈ ਐਪਲੀਕੇਸ਼ਨ। ਇਦਾਂ ਦਾ ਕੁਝ ਨਹੀਂ ਆ ਵੀ। ਇਹ 3 ਨਵੰਬਰ ਤੱਕ ਆ, 12 ਵਜੇ ਤੱਕ ਹੋਊਗਾ ਵੀ। ਤੇ ਇਸ ਟਾਈਮ ਦੇ ਵਿੱਚ ਆਪਾਂ ਸਬਮਿਟ ਕਰ ਸਕਦੇ। ਗਵਰਨਮੈਂਟ ਨੇ ਇਹਦੇ ਵਿੱਚ ਉਹਨਾਂ ਲੋਕਾਂ ਡਿਸੇਬਲ ਲੋਕਾਂ ਵਾਸਤੇ ਵੀ ਇੱਕ ਸਪੈਸ਼ਲ ਥਿੰਗ ਕੀਤੀ ਹੈ ਕਿ ਜੇ ਤੁਸੀਂ ਆਨਲਾਈਨ ਨਹੀਂ ਸਬਮਿਟ ਕਰ ਸਕਦੇ, ਉਹ 3 ਨਵੰਬਰ ਤੋਂ ਪਹਿਲਾਂ ਗਵਰਨਮੈਂਟ ਨੂੰ ਰਿਕੁਐਸਟ ਕਰ ਸਕਦੀ ਹੈ ਕਿ ਪੇਪਰ ਤੌਰ ਤੇ ਜਾਂ ਲਾਰਜ ਫੌਂਟ ਜਾਂ ਇੱਕ ਹੋਰ ਪੈਟਰਨ ਹੈ ਉਹਦੇ ਤਰੀਕੇ ਨਾਲ ਗਵਰਨਮੈਂਟ ਨੂੰ ਰਿਕੁਐਸਟ ਕਰ ਸਕਦੀ ਤੇ ਗਵਰਨਮੈਂਟ ਉਹਨਾਂ ਦੀ ਰਿਕੁਐਸਟ ਕੰਸੀਡਰ ਕਰਕੇ ਉਹਨਾਂ ਨੂੰ ਇੱਕ ਸਪੈਸ਼ਲ ਫਾਰਮ ਭੇਜਣਗੇ ਜਾਂ ਜਿਹੜੇ ਵੀ ਤਰੀਕੇ ਨਾਲ ਉਹ ਚਾਹੁੰਦੇ ਨੇ ਉਸ ਹਿਸਾਬ ਨਾਲ ਉਹਨਾਂ ਦੀ ਐਪਲੀਕੇਸ਼ਨ ਇੰਟਰਸਟ ਟੂ ਸਪਾਂਸਰ ਦੀ ਜਿਹੜੀ ਹੈ ਫਾਰਮ ਉਹ ਫਿਲ ਹੋ ਜਾਏਗਾ। ਅੱਗੇ ਆ ਜਾਂਦਾ ਹੈ ਕਿ ਜਦੋਂ ਤੁਹਾਨੂੰ ਇਨਵੀਟੇਸ਼ਨ ਆਉਂਦਾ ਆ, ਜੈਸੇ ਕਿ ਪੂਲ ਡਨ ਹੋ ਗਿਆ, ਗਵਰਨਮੈਂਟ ਨੇ ਸਿਲੈਕਸ਼ਨਸ ਭੇਜਤੀਆਂ, ਲੋਟਰੀ ਆਨ ਹੋ ਗਈ, ਉਹਦੇ ਵਿੱਚ ਤੁਸੀਂ ਸਿਲੈਕਟ ਹੋ ਗਏ, ਤੁਹਾਨੂੰ ਈਮੇਲਸ ਆਉਂਦੀਆਂ ਨੇ। ਕਾਫੀ ਵਾਰੀ ਆਪਣੀਆਂ ਸਪੈਮਸ ਤੇ ਜਾਂ ਟਰੈਸ਼ ਈਮੇਲਸ ਚੈੱਕ ਕਰਦੇ ਰਹੋ, ਕਿਸੇ ਵੇਲੇ ਸਪੈਮ ਈਮ 'ਚ ਵੀ ਫਾਲ ਕਰ ਜਾਂਦੀ ਹੈ ਇਨਵੀਟੇਸ਼ਨ ਦੀ ਲੈਟਰ। ਉਸ ਤੋਂ ਬਾਅਦ ਜਿੱਦਣ ਤੁਹਾਨੂੰ ਲੈਟਰ ਇਸ਼ੂ ਹੋਈ ਆ ਉਹਦੇ ਉੱਤੇ ਡੈਡਲਾਈਨ ਡੇਟ ਦਿੱਤੀ ਹੋਏਗੀ, 60 ਡੇਜ਼ ਦੀ ਡੈਡਲਾਈਨ ਹੋਏਗੀ ਤੇ ਜਿਸ ਦਿਨ ਇਸ਼ੂ ਕਰਦੇ ਉਸ ਤੋਂ ਬਾਅਦ 60 ਡੇਜ਼ ਹੋਣਗੇ ਤੁਹਾਡੇ ਕੋਲ ਐਪਲੀਕੇਸ਼ਨ ਸਬਮਿਟ ਕਰਨ ਦੇ। ਸੋ ਕਾਫੀ ਲੋਕਾਂ ਦੇ ਕੰਸਰਨਸ ਨੇ ਕਿ ਜਿਹੜੇ 60 ਡੇਜ਼ ਹੈ ਮੇ ਵੀ ਥੋੜ੍ਹੇ ਹੋਣ, ਮੇਲ ਇੱਧਰ ਜਾਣੀ, ਓਰੀਜਨਲ ਸਿਗਨੇਚਰ ਚਾਹੀਦੇ ਹੋਣਗੇ ਐਪਲੀਕੇਸ਼ਨ ਦੇ ਲਈ ਜਾਂ PCC ਲੈਣੀ ਹੋਏਗੀ ਐਪਲੀਕੇਸ਼ਨ ਦੇ ਲਈ, ਤੇ ਕਿੱਦਾਂ ਇੱਦਾਂ ਆਪਾਂ ਕਰ ਸਕਦੇ ਹਾਂ ਜਾਂ 60 ਦਿਨਾਂ ਦੇ ਵਿੱਚ ਕੰਪਲੀਟ ਨਹੀਂ ਹੋਊਗਾ। ਬਿਲਕੁਲ। ਉਹਦੇ ਵਿੱਚ ਗਵਰਨਮੈਂਟ ਨੇ ਦਿੱਤਾ ਹੈ ਕਿ ਤੁਸੀਂ 60 ਦਿਨਾਂ ਤੋਂ ਪਹਿਲਾਂ ਗਵਰਨਮੈਂਟ ਨੂੰ ਕੰਟੈਕਟ ਕਰੋ, ਇਮੀਗ੍ਰੇਸ਼ਨ ਨੂੰ ਕੰਟੈਕਟ ਕਰੋ, ਤੁਸੀਂ ਉਹਨਾਂ ਨੂੰ ਦੱਸੋ ਕਿ ਸਾਡੇ ਆ ਇਸ਼ੂ ਆ ਰਿਹਾ ਹੈ ਤੇ ਸਾਨੂੰ 30 ਡੇਜ਼ ਦੀ ਐਕਸਟੈਂਸ਼ਨ ਮਿਲ ਸਕਦੀ ਹੈ। ਸੋ ਇੱਦਾਂ ਕਰਕੇ ਜੇ ਉਹਨਾਂ ਨੂੰ ਰੈਲੇਵੈਂਸੀ ਲੱਗਦੀ ਤਾਂ ਤੁਹਾਨੂੰ ਐਕਸਟੈਂਡ ਕਰ ਸਕਦੇ ਆ ਕਿ 90 ਡੇਜ਼ ਦਾ ਪੀਰੀਅਡ ਦੇ ਸਕਦੇ ਆ ਤੇ ਮੈਕਸਿਮਮ ਐਕਸਟੈਂਸ਼ਨ 150 ਡੇਜ਼ ਦੀ ਟੋਟਲ ਹੋਏਗੀ। ਉਸ ਤੋਂ ਵੱਧ ਉਹਨਾਂ ਨੇ ਐਕਸਟੈਂਸ਼ਨ ਟਾਈਮ ਨਹੀਂ ਦੇਣਾ ਵੀ। ਜੇ ਤੁਸੀਂ ਉਸ ਟਾਈਮ ਦੇ ਵਿੱਚ ਅਪਲਾਈ ਕਰ ਦਿੰਦੇ ਹੋ ਜਾਂ ਐਵਰੀ ਟਾਈਮ ਉਹਨਾਂ ਨੂੰ ਅਪਡੇਟ ਕਰਦੇ ਜੇ ਕਿ ਸਾਡੀ ਐਪਲੀਕੇਸ਼ਨ ਨਹੀਂ ਜਾ ਰਹੀ ਤਾਂ ਸਾਨੂੰ ਇੰਨੇ ਦਿਨਾਂ ਦੀ ਐਕਸਟੈਂਸ਼ਨ ਮਿਲੇ ਤੇ ਠੀਕ ਹੈ। ਜੇ ਨਹੀਂ ਤੁਸੀਂ ਅਪਡੇਟ ਕਰਦੇ ਜਾਂ ਐਪਲੀਕੇਸ਼ਨ ਨਹੀਂ ਸਬਮਿਟ ਹੁੰਦੀ ਔਨ ਟਾਈਮ, ਉਹਨਾਂ ਨੇ ਤੁਹਾਡੀ ਇਨਵੀਟੇਸ਼ਨ ਜਿਹੜੀ ਤੁਹਾਨੂੰ ਭੇਜੀ ਸੀ ਉਹ ਕੈਂਸਲ ਕਰ ਲੈਣ ਅਵੋਇਡ ਕਰ ਦੇਣੀ ਹੈ। ਹਾਂਜੀ। ਸੋ ਇਹ ਸਨ ਸਾਡੇ ਨਾਲ ਜੁੜੇ ਹੋਏ ਅੱਜ ਕੀਸਟੋਨ ਇਮੀਗ੍ਰੇਸ਼ਨ ਐਡਮਿੰਟਨ ਤੋਂ ICCRC ਦੇ ਜੋ ਕੰਸਲਟੈਂਟ ਨੇ ਸੁਖਮਨ ਹੇਅਰ ਜੀ, ਜਿਨ੍ਹਾਂ ਨੇ ਸਾਨੂੰ ਇਹ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਦੇ ਪ੍ਰੋਗਰਾਮ ਬਾਰੇ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਹੈ। ਤੁਸੀਂ ਵੀ ਜੇ ਆਪਣੇ ਪੇਰੈਂਟ ਅਤੇ ਗ੍ਰੈਂਡ ਪੇਰੈਂਟਸ ਨੂੰ ਹਜੇ ਤੱਕ ਅਪਲਾਈ ਨਹੀਂ ਕੀਤਾ, ਅਪਲਾਈ ਕਰਨਾ ਚਾਹੁੰਦੇ ਹੋ, ਪੱਕੇ ਤੌਰ ਤੇ ਉਹਨਾਂ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਇਹ ਬਹੁਤ ਹੀ ਇੱਕ ਅੱਛੀ ਓਪਰਚੁਨਿਟੀ ਹੈ ਜਿਹੜਾ ਕਿ 13 ਅਕਤੂਬਰ ਤੋਂ ਜੋ ਐਪਲੀਕੇਸ਼ਨ ਸਬਮਿਸ਼ਨ ਹੈ ਉਹ 13 ਅਕਤੂਬਰ ਤੋਂ ਸਟਾਰਟ ਹੋ ਰਹੀਆਂ ਨੇ। ਤੁਹਾਡਾ ਕੋਈ ਸਵਾਲ ਹੈ, ਤੁਹਾਡਾ ਕੋਈ ਕੁਐਸਚਨ ਹੈ, ਉਹ ਸੁਖਮਨ ਜੀ ਕੋਲੋਂ ਕੀਸਟੋਨ ਇਮੀਗ੍ਰੇਸ਼ਨ ਦੇ ਕੋਲੋਂ ਤੁਸੀਂ ਡਾਇਰੈਕਟ ਇਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ। ਸੁਖਮਨ ਜੀ, ਇੱਕ ਵਾਰੀ ਸਾਡੇ ਸਰੋਤਿਆਂ ਨੂੰ ਆਪਣਾ ਨੰਬਰ ਤੇ ਆਪਣਾ ਐਡਰੈਸ ਮੈਂਸ਼ਨ ਕਰ ਦਿਓ। ਹਾਂਜੀ ਜੀ, ਕੀਸਟੋਨ ਇਮੀਗ੍ਰੇਸ਼ਨ ਦਾ ਕੰਟੈਕਟ ਨੰਬਰ ਹੈਗਾ 7809650000 ਐਂਡ ਐਡਰੈਸ ਹੈਗਾ ਸਾਡਾ ਜੀ 4306 97 ਸਟਰੀਟ ਐਡਮਿੰਟਨ ਅਲਬਰਟਾ। ਤੇ ਤੁਸੀਂ ਸਾਨੂੰ ਕਿਸੇ ਟਾਈਮ ਹੀ WhatsApp ਤੇ ਕੰਟੈਕਟ ਕਰ ਸਕਦੇ ਹੋ, ਈਮੇਲ ਵੀ ਕਰ ਸਕਦੇ ਹੋ info@keystonemigration.ca। ਟਾਈਮਸ ਆਫ ਏਸ਼ੀਆ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਥੈਂਕ ਯੂ ਜੀ। ਥੈਂਕ ਯੂ।